Hello everyone, this is Sakshi Agarwal from Malerkotla. I welcome you all on Mehnati Bachche. I hope you all are doing well. सो ਅੱਜ इस वीडियो ਦੇ ਵਿੱਚ ਆਪਾਂ ਕਰੰਟ ਅਫੇਅਰਸ ਡਿਸਕਸ ਕਰਾਂਗੇ ਜਨਵਰੀ 2020 ਤੋਂ ਲੈ ਕੇ ਜੂਨ 2020 ਤੱਕ ਦੇ। ਇਹ ਪਾਰਟ 6th ਹੈ। ਸੋ ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਪ੍ਰੀਵੀਅਸ ਪਾਰਟਸ ਜ਼ਰੂਰ ਦੇਖੋ ਬਿਕੋਜ਼ ਆਉਣ ਵਾਲੇ ਐਗਜ਼ਾਮਸ 'ਚ ਇਹ ਵੀਡੀਓਜ਼ ਤੁਹਾਡੀ ਬਹੁਤ ਹੈਲਪ ਕਰਨਗੀਆਂ। ਇਸ ਤੋਂ ਇਲਾਵਾ ਡੇਲੀ ਬੇਸਿਸ 'ਤੇ ਕੁਇਜ਼ ਅਤੇ ਕਰੰਟ ਅਫੇਅਰਸ ਵੀ ਅਪਲੋਡ ਹੁੰਦੇ ਨੇ ਟੈਲੀਗ੍ਰਾਮ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਪਰ। ਸੋ ਤੁਸੀਂ ਉੱਥੇ ਮਿਹਨਤੀ ਬੱਚੇ ਨੂੰ ਫੋਲੋ ਕਰ ਸਕਦੇ ਹੋ। ਅਤੇ ਨਾਲ ਹੀ ਜਿਨ੍ਹਾਂ ਨੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ। ਇਸ ਤੋਂ ਇਲਾਵਾ ਚੈਨਲ ਉੱਪਰ ਤੁਹਾਨੂੰ ਟੈਸਟ ਸੀਰੀਜ਼ ਵੀ ਮਿਲ ਜਾਣਗੀਆਂ ਅਤੇ ਨਾਲ ਹੀ ਵੀਡੀਓ ਲੈਕਚਰਸ ਵੀ ਮਿਲ ਜਾਣਗੇ ਡਿਫਰੈਂਟ ਸਬਜੈਕਟਸ ਦੇ। ਸੋ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਅਤੇ ਇਹ ਵਾਲੇ ਲੈਕਚਰਸ ਦੀ PDF ਡਾਊਨਲੋਡ ਕਰਨ ਦੇ ਲਈ ਤੁਸੀਂ ਸਾਡੀ ਔਫੀਸ਼ੀਅਲ ਵੈਬਸਾਈਟ www.mehnatibachche.com ਨੂੰ ਵਿਜ਼ਿਟ ਕਰ ਸਕਦੇ ਹੋ ਅਤੇ ਉੱਥੇ ਜਾ ਕੇ PDF ਡਾਊਨਲੋਡ ਕਰ ਸਕਦੇ ਹੋ। ਸੋ ਫਸਟ ਕਰੰਟ ਅਫੇਅਰ ਹੈ ਰਿਗਾਰਡਿੰਗ 1 in a million। ਪੇਪਰ 'ਚ ਸਿੱਧਾ ਤੁਹਾਨੂੰ ਪੁੱਛ ਸਕਦੇ ਹਾਂ ਕਿ 1 in a million ਰੀਸੈਂਟਲੀ ਨਿਊਜ਼ ਸੀ, ਇਹ ਕੀ ਚੀਜ਼ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਬੇਸਿਕਲੀ ਸੁਪਰ ਅਰਥ ਹੈ ਜਿਹਨੂੰ ਕਿ ਖੋਜਿਆ ਗਿਆ ਹੈ। ਅਤੇ ਜੇ ਅਗਰ ਆਪਾਂ ਉਹਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਉਹ 25,000 ਲਾਈਟ ਈਅਰਸ ਦੂਰ ਹੈ ਅਰਥ ਤੋਂ। ਐਸਟਰੋਨੋਮਰਸ ਨੇ ਯੂਨੀਵਰਸਿਟੀ ਆਫ ਕੈਂਟਰਬਰੀ ਨਿਊਜ਼ੀਲੈਂਡ ਉਹਨਾਂ ਨੇ ਇੱਕ ਰੀਸੈਂਟਲੀ ਨਿਊ ਪਲੈਨਟ ਫਾਊਂਡ ਕੀਤਾ, ਠੀਕ ਹੈ, ਜਿਹੜਾ ਕਿ ਆਪਣੇ ਪਿਆਰੇ ਪਲੈਨਟ ਅਰਥ ਦੇ ਨਾਲ ਮਿਲਦਾ ਜੁਲਦਾ ਹੈ। ਜਿਹੜਾ ਇਹ ਪਲੈਨਟ ਹੈ ਉਹਦਾ ਨਾਮ ਰੱਖਿਆ ਗਿਆ 1 in a million ਪਲੈਨਟ। ਓਕੇ, ਅਗਰ ਆਪਾਂ ਨੈਕਸਟ ਗੱਲ ਕਰੀਏ ਓਬਜ਼ਰਵੇਸ਼ਨਸ ਦੇ ਮੁਤਾਬਿਕ ਜਿਹੜਾ ਇਹ ਪਲੈਨਟ ਹੈ ਉਹ ਕਾਫੀ ਹਿਊਜ ਅਤੇ ਬਿਗਰ ਹੈ ਅਰਥ ਦੇ ਮੁਕਾਬਲੇ। ਨੈਕਸਟ ਹੈ ਕਿ ਜਿਹੜਾ ਇਹ ਪਲੈਨਟ ਹੈ ਉਹ ਔਰਬਿਟ ਕਰ ਰਿਹਾ ਅਰਾਊਂਡ ਅ ਡਿਮ ਡਵਾਰਫ ਸਟਾਰ ਔਰ ਬਰਾਊਨ ਡਵਾਰਫ which is located 25,000 light years away from us which is in the center of Milky Way। ਓਕੇ, ਕਹਿੰਦੇ ਅਗਰ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਪਲੈਨਟ ਹੈ ਜਿਹੜਾ ਨਿਊ ਖੋਜਿਆ ਗਿਆ ਉਹ ਕਿਹਦੇ ਅਰਾਊਂਡ ਘੁੰਮ ਰਿਹਾ ਹੈ, ਡਿਮ ਡਵਾਰਫ ਸਟਾਰ ਔਰ ਬਰਾਊਨ ਡਵਾਰਫ ਸਟਾਰ, ਅਤੇ ਜਿਹੜੀ ਉਹਦੀ ਲੋਕੇਸ਼ਨ ਆ 25,000 ਲਾਈਟ ਈਅਰਸ ਦੂਰ ਹੈ ਅਰਥ ਤੋਂ। ਜਿਹੜਾ ਇਹ ਪਲੈਨਟ ਹੈ ਉਹ 617 ਅਰਥ ਡੇਜ਼ ਲੈਂਦਾ ਹੈ ਕੰਪਲੀਟ ਕਰਨ ਦੇ ਲਈ ਇੱਕ ਔਰਬਿਟ ਅਰਾਊਂਡ ਇਟਸ ਹੌਸਟ ਸਟਾਰ। ਹੁਣ ਤੁਹਾਡੇ ਲਈ ਕੁਐਸਚਨ ਇਹ ਹੈ, ਕਮੈਂਟਸ 'ਚ ਦੱਸੋਗੇ ਤੁਸੀਂ ਕਿ 1 ਅਰਥ ਡੇ ਕਿਹਦੇ ਇਕੁਅਲ ਹੁੰਦਾ ਹੈ। ਇੱਥੇ ਲਿਖਿਆ ਹੈ ਨਾ 617 ਅਰਥ ਡੇਜ਼। ਸੋ ਤੁਸੀਂ ਇਹ ਦੇਖਣਾ ਹੈ ਕਿ 1 ਅਰਥ ਡੇ ਕਿਹਦੇ ਇਕੁਅਲ ਹੁੰਦਾ ਹੈ। ਦ ਸੁਪਰ ਅਰਥ ਇਜ਼ ਸਿਗਨੀਫਿਕੈਂਟਲੀ ਲਾਰਜਰ ਦੈਨ ਅਰਥ ਐਂਡ ਕੈਨ ਬੀ ਕੰਸੀਡਰਡ ਟੂ ਬੀ ਐਜ਼ ਬਿਗ ਐਜ਼ ਨੈਪਟਿਊਨ। ਜਿਹੜੀ ਸੁਪਰ ਅਰਥ ਹੈ ਉਹ ਅਰਥ ਤੋਂ ਕਾਫੀ ਜ਼ਿਆਦਾ ਬੜੀ ਹੈ ਅਤੇ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਹਦਾ ਸਾਈਜ਼ ਹੈ ਉਹ ਨੈਪਟਿਊਨ ਜਿੰਨਾ ਹੈ। The distance between newly found alien planet and the host star is similar to between where Earth and Venus orbit around the Sun। ਓਕੇ, ਜਿਹੜਾ ਡਿਸਟੈਂਸ ਹੈ ਨਿਊਲੀ ਫਾਊਂਡ ਏਲੀਅਨ ਪਲੈਨਟ ਅਤੇ ਹੋਸਟ ਸਟਾਰ ਦੇ ਵਿੱਚ ਉਹ ਸਿਮਿਲਰ ਹੈ ਕਿਹਦੇ ਟੂ ਬਿਟਵੀਨ ਵੇਅਰ ਅਰਥ ਐਂਡ ਵੀਨਸ ਔਰਬਿਟ ਅਰਾਊਂਡ ਦਾ ਸਨ। ਓਕੇ, ਉਹ ਤੋਂ ਬਾਅਦ ਨੈਕਸਟ ਸੈਕਿੰਡ ਕਰੰਟ ਅਫੇਅਰ ਹੈ ਰਿਗਾਰਡਿੰਗ ਗਵਰਨਮੈਂਟ ਇੰਪਲੀਮੈਂਟਸ ਸ਼ਿਕਟਕਰ ਕਮੇਟੀ ਰਿਕਮੈਂਡੇਸ਼ਨਸ ਰਿਲੇਟਿਡ ਟੂ ਕ੍ਰੀਏਟਿੰਗ ਬਾਰਡਰ ਇਨਫਰਾਸਟਰਕਚਰ। ਹੁਣ ਇਹਦੇ ਵਿੱਚ ਤੁਹਾਡੇ ਲਈ ਕੁਐਸਚਨ ਕੀ ਹੈ ਕਿ ਰੀਸੈਂਟਲੀ ਸ਼ਿਕਟਕਰ ਕਮੇਟੀ ਫਾਰਮ ਕੀਤੀ ਗਈ ਸੀ, ਕਿਹਦੇ ਨਾਲ ਰਿਲੇਟਿਡ ਹੈ ਇਹ, ਬਾਰਡਰ ਇਨਫਰਾਸਟਰਕਚਰ ਦੇ ਨਾਲ। ਓਕੇ, ਜਾਂ ਫਿਰ ਇਹ ਵੀ ਆ ਸਕਦਾ ਹੈ ਕਿ ਰੀਸੈਂਟਲੀ ਬਾਰਡਰ ਇਨਫਰਾਸਟਰਕਚਰ ਨਾਲ ਰਿਲੇਟਿਡ ਕਮੇਟੀ ਅਪੁਆਇੰਟ ਕੀਤੀ ਗਈ ਸੀ ਗਵਰਨਮੈਂਟ ਦੇ ਦੁਆਰਾ, ਉਹਦਾ ਨਾਮ ਕੀ ਹੈ। ਸੋ ਯੂਨੀਅਨ ਗਵਰਨਮੈਂਟ ਹੈਜ਼ ਇੰਪਲੀਮੈਂਟਿਡ ਲਿeutenant ਜਨਰਲ DB ਸ਼ਿਕਟਕਰ ਕਮੇਟੀਜ਼ ਰਿਕਮੈਂਡੇਸ਼ਨ ਰਿਲੇਟਿਡ ਟੂ ਕ੍ਰੀਏਟਿੰਗ ਬਾਰਡਰ ਇਨਫਰਾਸਟਰਕਚਰ। ਇਹ ਕਿਹਦੇ ਨਾਲ ਰਿਲੇਟਿਡ ਹੈ, ਬਾਰਡਰ ਇਨਫਰਾਸਟਰਕਚਰ ਦੇ ਨਾਲ। ਦੀਜ਼ ਵਰ ਰਿਲੇਟਿਡ ਟੂ ਸਪੀਡਿੰਗ ਅਪ ਰੋਡ ਕੰਸਟਰਕਸ਼ਨ ਲੀਡਿੰਗ ਟੂ ਸੋਸ਼ੋ ਇਕਨੋਮਿਕ ਡਿਵੈਲਪਮੈਂਟ ਇਨ ਦ ਬਾਰਡਰ ਏਰੀਆਜ਼। ਕਿ ਬਾਰਡਰ ਏਰੀਆਜ਼ ਦੇ ਵਿੱਚ ਸੋਸ਼ੋ ਇਕਨੋਮਿਕ ਡਿਵੈਲਪਮੈਂਟ ਹੋਵੇ, ਉਹਦੇ ਲਈ ਕਿਵੇਂ ਤੇਜ਼ੀ ਦੇ ਨਾਲ ਰੋਡਸ ਦੀ ਕੰਸਟਰਕਸ਼ਨ ਕੀਤੀ ਜਾਵੇ। ਨੈਕਸਟ ਪੁਆਇੰਟ ਹੈ ਔਨ ਦ ਮੈਟਰ related to creating of border infrastructure, the center has implemented recommendation to outsource road construction work beyond optimal capacity of border road organization। ਸੋ ਮੇਨ ਬਸ ਤੁਸੀਂ ਇੱਥੇ ਕਮੇਟੀ ਦਾ ਨਾਮ ਯਾਦ ਰੱਖਣਾ ਅਤੇ ਇਹ ਯਾਦ ਰੱਖਣਾ ਕਿ ਕਾਹਦੇ ਲਈ ਬਣਾਈ ਗਈ ਹੈ। ਉਹ ਤੋਂ ਬਾਅਦ ਥਰਡ ਕਰੰਟ ਅਫੇਅਰ ਹੈ ਸੈਂਟਰ ਲਾਂਚ ਸਕੀਮ ਫॉर 100% ਸੋਲਰਾਈਜੇਸ਼ਨ ਆਫ ਕੋਨਾਰਕ ਸਨ ਟੈਂਪਲ ਐਂਡ ਕੋਨਾਰਕ ਟਾਊਨ ਇਨ ਓਡੀਸ਼ਾ। ਸੋ ਸੈਂਟਰ ਨੇ ਇੱਕ ਸਕੀਮ ਲਾਂਚ ਕੀਤੀ ਹੈ ਜਿਹਦੇ ਤਹਿਤ 100% ਸੋਲਰਾਈਜੇਸ਼ਨ ਕੀਤੀ ਜਾਊਗੀ ਕੋਨਾਰਕ ਸਨ ਟੈਂਪਲ ਦੀ ਅਤੇ ਕੋਨਾਰਕ ਟਾਊਨ ਦੀ, ਜੋ ਕਿੱਥੇ ਹੈ, ਓਡੀਸ਼ਾ ਦੇ ਵਿੱਚ। ਲੋਕੇਸ਼ਨ ਜ਼ਰੂਰ ਯਾਦ ਰੱਖਿਓ ਕਿ ਕਿੱਥੇ ਹੈ, ਓਡੀਸ਼ਾ ਦੇ ਵਿੱਚ। ਸੋ ਇਹਦੇ ਬਾਰੇ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਕੋਨਾਰਕ ਸਨ ਟੈਂਪਲ ਬਾਰੇ ਦੇਖਦੇ ਹਾਂ ਬਿਕੋਜ਼ ਇਹ ਕਾਫੀ ਇੰਪੋਰਟੈਂਟ ਹੈ। ਸੋ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕੋਨਾਰਕ ਸਨ ਟੈਂਪਲ ਦੇ ਬਾਰੇ। ਜਿਹੜਾ ਇਹ ਟੈਂਪਲ ਹੈ ਉਹ ਈਸਟ ਓਡੀਸ਼ਾ ਦੇ ਵਿੱਚ ਹੈ ਨੀਅਰ ਸਿਟੀ ਪੂਰੀ ਦੇ ਵਿੱਚ। ਤੁਸੀਂ ਲਾਰਡ ਜਗਨਨਾਥ ਜੀ ਦੇ ਬਾਰੇ ਸੁਣਿਆ ਹੋਊਗਾ।
ओके दैन जिहड़ा ये टैंपल है उन्होंने 13th सेंचुरी दे विच किंग नरसिम्हा देव वन ने बनवाया सी। ओके तो जिहड़ी इहदी स्केल है रिफाइनमेंट है कंसैप्शन है वो रिप्रजेंट करता है स्ट्रेंथ ते स्टेबिलिटी गंगा इंपायर दी। जिहड़े टैंपल अगर आप उहदे डिज़ाइन की गल करिए तो इनू कलोजल चैरियट की शेप दे विच बनाया गया है तो इनू डेडिकेट किया गया टू सन गॉड। ओके इट मार्क्स द हाईएस्ट पॉइंट ऑफ अचीवमेंट ऑफ कलिंगा आर्किटेक्चर डिपिक्टिंग द ग्रेस जॉय एंड रिदम ऑफ लाइफ ऑल इट्स वंडरस वैरायटी। जिहड़ा ये टैंपल है वो मार्क करता है कि कलिंगा आर्किटैक्चर उस टाइम ते किन्ने अच्छे लैवल ते सी, किन्नी अचीवमेंट दे विच सी। ठीक है, इहदी ग्रेस जॉय रिदम देख के ही आपां नूं इस चीज़ का पता लगता है। तो इनू यूनैस्को वर्ल्ड हैरीटेज साइट भी डिक्लेयर किया गया सी 1984 दे विच। ओके देयर आर 2 rows of 12 व्हील्स ऑन ईच साइड ऑफ कोनार्क सन टैंपल। ये जिहड़ा टैंपल है इहदी दोनों साइड्स ते 12 व्हील्स की रो है। सम से द व्हील्स रिप्रजेंट 24 आवर्स इन अ डे एंड अदर सेज 12 मंथ्स। कुछ लोग कहते हैं कि जिहड़े ये व्हील्स हैं कि 12 एक साइड ते 12 दूसरी साइड ते 24 आवर्स रिप्रजेंट करते हैं एक दिन दे, तो कई कहते हैं कि 12 मंथ्स रिप्रजेंट करते हैं। द 7 हॉर्सिस आर सेट टू सिंबलाइज द 7 डेज ऑफ वीक। जिहड़े 7 हॉर्सिस हैं वो 7 डेज नू रिप्रजेंट करते हैं। Sailors once called this sun temple of Konark the Black Pagoda because it was supposed to draw ships into shore and cause shipwrecks. So हुण आपां पढ़दे हैं स्कीम दे बारे। यूनियन गवर्नमेंट हैज़ लॉन्च अ स्कीम फॉर 100% सोलराइजेशन ऑफ कोनार्क सन टेम्पल एंड कोनार्क टाउन इन ओडिशा। द स्कीम इज लॉन्च विद एन ऑब्जेक्टिव टू टेक फॉरवर्ड द प्राइम मिनिस्टर्स विजन टू डेवलप द हिस्टोरिकल सन टेम्पल of Konark as Surya Nagari. The scheme envisages setting up of 10 megawatt grid connection, solar projects and various solar off-grid application like solar trees, solar drinking water. 25 rupees has been earmarked for this project. The scheme will meet all the energy requirements of Konark town with solar energy. Okay. So main बस तुसीं यही याद रखना है, टेंपल का नाम याद रखना है कित्थे है। सो मेन पॉइंट्स टैंपल बारे तुहानूं मैं दसते। और तो बाद नैक्सट करंट अफेयर है त्रिपुरा गैट्स इट्स फर्स्ट इंटरनेशनल वाटरवे विद रिवर गोमती। रिवर का नाम जरूर याद रखियो। त्रिपुरा गैट्स इट्स फर्स्ट एवर इंटरनेशनल वाटरवे एज 5 न्यू प्रोटोकॉल रूट्स वर अनाउंस बिटवीन इंडिया एंड इट्स ईस्टर्न नेबर बांग्लादेश। इंडिया ते बांग्लादेश दे विच 5 न्यू प्रोटोकॉल रूट्स नूं अनाउंस किया गया। ओके सो उन्हां दे विचों ही एक रूट के नाल जिहड़ा त्रिपुरा है उन्होंने अपना फर्स्ट इंटरनेशनल वाटरवे मिल गया तो किहड़ी रिवर के उपर है गोमती। ओके सोनामुरा दाऊद कांडी रूट ऑन त्रिपुरा's रिवर गोमती एंड राजशाही धुलिया राजशाही रूट्स वर एडेड टू द लिस्ट ऑफ इंडो बांग्लादेश प्रोटोकॉल रूट्स। द प्रोटोकॉल ऑन ट्रांजिट एंड ट्रेड though inland waterway was first signed between the People's Republic of Bangladesh and Republic of India in 1972. At present 10 Indo-Bangla protocol routes are there. Okay, so next fifth current affair है regarding Naxal affected Balghat district of Madhya Pradesh secures first position in providing employment under मनरेगा। कई बार ना एग्जाम्स दे विच क्वेश्चन आ जाता है कि मनरेगा के तहत फस्ट पोजीशन किहड़ी जगह दी है जिथे सब तो वध इंप्लॉयमेंट है जिहड़ी वो दित्ती जाती है। सो नैक्सल अफेक्टेड जिहड़ी बलाघाट डिस्ट्रिक्ट है मध्य प्रदेश की उन्हें फस्ट पोजीशन सिक्योर की है इन प्रोवाइडिंग इंप्लॉयमेंट अंडर मनरेगा। इन मध्य प्रदेश नैक्सल अफेक्टेड बलाघाट डिस्ट्रिक्ट हैज़ सिक्योर्ड द फर्स्ट पोजीशन इन द स्टेट इन टर्म्स ऑफ प्रोवाइडिंग एम्प्लॉयमेंट टू रूरल जॉब कार्ड होल्डर्स अंडर मनरेगा। 1,23,064 laborers are getting employment in the current financial year 2020 to 2021 and amount of rupees 20 crore has been spent on wages for Manrega works in this district. A total of 5,246 works are in progress in 684 gram panchayats in Balaghat district. Due to this 1,23,064 laborers of district have got employment. बस तुसी इन्ना कुछ डाटा याद नहीं रखना, ठीक है। जिहड़ा दिता है तुसी मेन याद रखनी है इस डिस्ट्रिक्ट बारे कि किहड़ी डिस्ट्रिक्ट है। और तो बाद सो नैक्सट करंट अफेयर है दिया मिर्जा's tenure as UNEP गुडविल अंबेसडर एक्सटेंडेड टिल 2020। जिहड़ा दिया मिर्जा का टेन्योर है एज UNEP गुडविल अंबेसडर उन्होंने एक्सटेंड कर दिता गया 2020 तक। सो डायरैक्टली पेपर च क्वेश्चन आ सकता तुहानूं कि UNEP गुडविल अंबेसडर करंटली कौन है? दिया मिर्जा।
Okay, the United Nations Environment Programme extended environmentalist and actor producer Dia Mirza's term as its National Goodwill Ambassador for another 2 years till the end of 2022. The actress is also the United Nations Sustainable Development Goal advocate. As a Goodwill Ambassador, Mirza will continue work with the United Nations to further spread the message on key areas including clean air, clean seas, wildlife protection and climate change. One of the Dia's big campaign during her first tenure as ambassador was Beat Plastic Pollution, helped in highlighting the issues at the highest levels and led to a clarion call from Prime Minister Narendra Modi to make India single use plastic free by 2022. So ਤੁਸੀਂ याद रखियो कि ਜਦੋਂ दिया मिर्जा ambassador ਸੀ ਉਹਨਾਂ ਨੇ ਆਪਣੇ ਫਸਟ ਟੈਨਿਓਰ ਦੇ ਵਿੱਚ ਬੀਟ ਪਲਾਸਟਿਕ ਪੋਲਿਊਸ਼ਨ ਨਾਮ ਦਾ ਕੈਂਪੇਨ ਚਲਾਇਆ ਤੇ ਇਹਦਾ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ। ਇਸ ਚੀਜ਼ ਤੋਂ ਮੋਟੀਵੇਟ ਹੋ ਕੇ ਹੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਕਿ 2022 ਤੱਕ ਇੰਡੀਆ ਨੂੰ ਸਿੰਗਲ ਯੂਜ਼ ਪਲਾਸਟਿਕ ਫ੍ਰੀ ਬਣਾਇਆ ਜਾਊਗਾ। ਓਕੇ, ਨੈਕਸਟ 7th ਕਰੰਟ ਅਫੇਅਰ ਹੈ, ਸਿੱਧਾ ਪੇਪਰ 'ਚ ਆ ਸਕਦਾ ਹੈ ਕਿ ਰੀਸੈਂਟਲੀ CBSE ਦੇ ਨਿਊ ਚੇਅਰਮੈਨ ਕੌਣ ਬਣੇ ਹੈ। ਸੋ ਉਹਨਾਂ ਦਾ ਨਾਮ ਯਾਦ ਰੱਖਿਓ, ਮਨੋਜ ਅਹੂਜਾ। Odisha cadre IAS Manoj Ahuja has been appointed as new chairman of CBSE, that is Central Board of Secondary Education. Ahuja is currently working as Special Directorate Lal Bahadur Shastri National Academy of Administration Department of Personnel and Training. Ahuja will replace किन्हों replace करांगे Anita Karwal as a chairman of CBSE। बस नाम याद रखियो ਇਹਦੇ ਵਿੱਚ। ओके, ਉਹ ਤੋਂ ਬਾਅਦ नेक्स्ट करंट अफेयर है कि आर्कियोलॉजिकल सर्वे ऑफ इंडिया दे न्यू DG कौन बने ने। उन्हों का नाम है V विद्यावथी। IAS ऑफिसर V विद्यावथी is appointed as new Director General of Archaeological Survey of India, that is ASI. She is 1991 बैच कर्नाटका कैडर ऑफिसर हैं। विद्यावती will be serving in the rank of Additional Secretary to the Government of India. Her appointment is confirmed by the Order of Appointments Committee of the Cabinet headed by Prime Minister Shri Narendra Modi. So नाम important है, याद रखियो। Okay, so 9th current affair है, JP Morgan ਦੇ new chairman ਦਾ ਨਾਮ ਕੀ ਹੈ? Leo Puri. Leo Puri has been announced to become the new chairman of JP Morgan South Asia and South East Asia. ਤੇ ਕਿਨਾਂ ਨੂੰ ਰਿਪਲੇਸ ਕਰ ਰਹੇ ਨੇ? ਕਲਪਨਾ ਮੋਰ ਪਰੀਆ, who will be serving as chairman until first quarter of 2021. Leo Puri has earlier served as chief executive officer of UTI Mutual Fund. ਬਸ ਇਹ ਕੁਛ ਨਹੀਂ ਯਾਦ ਰੱਖਣਾ, ਮੇਨ ਨਾਮ ਯਾਦ ਰੱਖਣਾ ਹੈ ਤੇ ਕਿਹਦੇ ਚੇਅਰਮੈਨ ਬਣੇ ਹੈ ਇੰਨਾ ਕੁ ਯਾਦ ਰੱਖਣਾ ਹੈ। ਉਹ ਤੋਂ ਬਾਅਦ ਸੋ ਨੈਕਸਟ ਕਰੰਟ ਅਫੇਅਰ ਹੈ, ਕੇਰਲਾ ਦੇ ਫਸਟ ਵਿਮਨ DGP ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਹੈ R Srilekha. Kerala Police will get its first women Director General when R Srilekha assumes office as a new head of Kerala Fire and Rescue Services on June 1. Presently an additional Director General of Police, she currently heads the jail department. The Kerala government elevated her as DGP as 2 DGP will be retiring from service soon. And 1988 batch IPS officer, she became first women Superintendent of Police in 1991. Since then has a glittering career. So next 11th current affair है, मणिपुरी डॉक्टर कन्फर्ड ऑर्डर ऑफ राइजिंग सन बाय जापान। एक काफ़ी इंपॉर्टेंट करंट अफेयर है कि ऑर्डर ऑफ राइजिंग सन ਦਾ ਜਿਹੜਾ ਟਾਈਟਲ ਹੈ ਜਾਪਾਨ ਦੇ ਦੁਆਰਾ ਉਹ ਕਿਹਨਾਂ ਨੂੰ ਦਿੱਤਾ ਗਿਆ। ਸੋ ਨਾਮ ਹੈ ਥੰਗਜਮ ਦਹਾਬਲੀ ਸਿੰਘ, ਜੋ ਕਿੱਥੋਂ ਤੋਂ ਨੇ? ਮਨੀਪੁਰ ਤੋਂ। ਹੈਜ਼ ਬਿਨ ਕਨਫਰਡ ਦ ਆਰਡਰ ਆਫ ਰਾਈਜ਼ਿੰਗ ਸਨ ਬਾਈ ਜਾਪਾਨ ਗਵਰਨਮੈਂਟ ਦੇ ਦੁਆਰਾ ਦਿੱਤਾ ਜਾਂਦਾ ਹੈ for promoting a better understanding of Japan in India and deepening ties between two countries. The Order of Rising Sun is conferred on persons with achievement in international relations. ਇਹ ਜ਼ਰੂਰ ਯਾਦ ਰੱਖਿਓ ਕਿ ਕਿੰਨਾਂ ਨੂੰ ਦਿੱਤਾ ਜਾਂਦਾ ਹੈ ਕਿ ਜਿਹੜਾ ਟਾਈਟਲ ਹੈ ਆਰਡਰ ਆਫ ਰਾਈਜ਼ਿੰਗ ਸਨ ਦਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਅਚੀਵਮੈਂਟਸ ਕੀਤੀਆਂ ਹੋਣ ਇੰਟਰਨੈਸ਼ਨਲ ਰਿਲੇਸ਼ਨ, promotion of Japanese culture, environmental preservation, welfare or achievements in their field. It was constituted by Japanese Emperor Meiji in 1875 ਦੇ ਵਿੱਚ ਇਹਨੂੰ ਕਨਸਟੀਟਿਊਟ ਕੀਤਾ ਗਿਆ ਸੀ ਬਾਈ ਜੈਪਨੀਜ਼ ਐਮਪਰਰ ਮੇਜੀ। ਥਾਂਗਜਮ ਦਹਾਬਲੀ ਸਿੰਘ is an allopathic doctor by profession and founder of Manipur Tourism Firm. Singh has organized the 70th anniversary of Battle of Imphal of the Second World War. Several Japanese citizens including official from Embassy of Japan in India had participate in the event. अगर आप देखें by profession ਜਿਹੜੇ
ਥੈਂਗਜਮ ਦਾਹਵਾਲੀ ਸਿੰਘ ਹੈ, ਇਹ ਐਲੋਪੈਥਿਕ ਡਾਕਟਰ ਹੈ ਤੇ ਫਾਊਂਡਰ ਹੈ ਮਨੀਪੁਰ ਟੂਰਿਜ਼ਮ ਫਾਰਮ ਦੇ। ਇਹਨਾਂ ਨੇ 70th ਐਨੀਵਰਸਰੀ ਆਰਗੇਨਾਈਜ਼ ਕੀਤੀ ਸੀ ਬੈਟਲ ਆਫ ਇੰਫਾਲ ਦੀ। ਓਕੇ, ਤੇ ਇਹਦੇ ਵਿੱਚ ਕਾਫੀ ਸਾਰੇ ਜੈਪਨੀਜ਼ ਸਿਟੀਜ਼ਨਸ ਆਫੀਸ਼ੀਅਲ ਜਿਹੜੇ ਕਿ ਜਾਪਾਨ ਐਮਬੈਸੀ ਦੇ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਵੀ ਪਾਰਟੀਸਿਪੇਟ ਕੀਤਾ ਸੀ। ਓਕੇ, ਸੋ 12th ਕਰੰਟ ਅਫੇਅਰ ਹੈ ਕਿ ਰੀਸੈਂਟਲੀ ਐਸੀ ਕਿਹੜੀ ਕੰਟਰੀ ਹੈ ਜਿਹਨੇ ਕੀ ਰਿਸਟ੍ਰਿਕਟ ਕੀਤਾ ਹੈ ਕਿ ਸਲਾਈਵਾ ਤੇ ਸਵੈਟ ਨੂੰ ਯੂਜ਼ ਨਹੀਂ ਕਰ ਸਕਦੇ ਟੂ ਸ਼ਾਈਨ ਬਾਲ ਅੰਡਰ COVID-19 ਗਾਈਡਲਾਈਨਸ। ਆਸਟ੍ਰੇਲੀਆ will not allow the use of saliva or sweat to shine the ball once cricket training resumes in post-COVID-19 world. There is speculation that use of saliva to shine the ball will be stopped to cut down the risk of highly contagious infection, with reports suggesting that ICC is considering the possibility of allowing the use of artificial substances to polish the red ball under the supervision of umpires। ਕਿ ਜਿਹੜੀ ਬॉल ਹੈ ਉਹਨੂੰ ਚਮਕਾਉਣ ਦੇ ਲਈ ਕਿਸੇ ਆਰਟੀਫਿਸ਼ੀਅਲ ਸਬਸਟੈਂਸ ਦਾ ਯੂਜ਼ ਕੀਤਾ ਜਾਊਗਾ, ਬਟ ਤੁਸੀਂ ਸਲਾਈਵਾ ਤੇ ਸਵੈਟ ਨੂੰ ਯੂਜ਼ ਨਹੀਂ ਕਰ ਸਕਦੇ। Australian Institute of Sports in consultation with medical expert has come up with guideline restricting the use of saliva and sweat to shine the ball। बस कंट्री का नाम याद रखियो कि केड़ी कंट्री ने किया ये चीज़, ऑस्ट्रेलिया। और तो बाद सो नेक्स्ट 13 करंट अफेयर है कि विराट कोहली सिर्फ ऐसे क्रिकेटर बन गए इकलौते ਜਿਹੜੇ ਕਿ ਫੋਰब्स ਦੇ टॉप 100 ਹਾਈਐਸਟ ਪੇਡ ਐਥਲੀਟਸ ਦੀ ਕੈਟਾਗਰੀ 'ਚ ਆਏ ਨੇ 2020 ਦੇ। ਓਕੇ, Indian captain Virat Kohli remained the only cricketer to be included in the list of top 100 highest paid athletes of 2020 put forward by Forbes magazine. According to Forbes, Kohli had estimate total earning of $26 million. He made a jump of over 30 places from 2019। अगर आप 2019 ਦੇ comparatively देखिए तो ਉਹਨਾਂ ਦੀ 30 पोजीशन है ਜਿਹੜੀਆਂ ਉਹ up ਹੋਏ ਨੇ, as he was positioned at the 66th spot in this list। ਇਸ ਸਾਲ ਉਹਨਾਂ ਦੀ ਕਿਹੜੀ ਰੈਂਕ ਆਈ ਹੈ? 66th। This is the second year in a row that Kohli has become the only Indian to feature in the Forbes list top 100 highest paid athlete। So 2019 ਦੇ ਵਿੱਚ ਉਹਨਾਂ ਦੀ ਕਿਹੜੀ place ਸੀ? 100th। Okay, meanwhile Swiss tennis great Roger Federer has become the first from his sport to top the Forbes list of highest paid athletes। ਅਗਰ ਆਪਾਂ first rank ਦੀ ਗੱਲ ਕਰੀਏ ਤਾਂ ਉਹ ਕਿੰਨਾ ਦਾ ਹੈ? Roger Federer ਦਾ। So next current affair ਹੈ, यूनियन कल्चर मिनिस्टर ने एक ई बुक रिलीज़ की है जिसका नाम है प्रोफैसर BB लाल इंडिया रीडिस्कवर्ड। ऑन द ओकेजन ऑफ सेंटिनरी ईयर ऑफ ग्रेट आर्कियोलॉजिस्ट प्रोफैसर BB लाल, यूनियन कल्चर मिनिस्टर श्री प्रहलाद सिंह पटेल रिलीज ई बुक प्रोफैसर BB लाल इंडिया रीडिस्कवर्ड इन न्यू Delhi। The book is a centenary special edition which has been prepared by Ministry of Culture in collaboration with Professor BB Lal Centenary Celebration Committee। Okay, the book is a tribute from Ministry of Culture for his immense contribution in the field of archaeology। Braj Basi Lal, better known as BP Lal, is an Indian archaeologist। He was the Director General of Archaeological Survey of India from 1968 to 1972 and has served as Director of the Indian Institute of Advanced Science, Shimla। So next 15 current affair है, Vijayant at Kargil, the life of a Kargil hero, biography है ਕਿਨਾਂ ਦੀ? ਕੈਪਟਨ ਵਿਜਯੰਤ ਥਾਪਰ ਦੀ। ਪੈਂਗੁਇਨ ਰੈਂਡਮ ਹਾਊਸ ਹੈ ਜਿਹੜੇ ਉਹ ਪਬਲਿਸ਼ ਕਰ ਰਿਹਾ ਈ ਬੁੱਕ ਜਿਹਦਾ ਨਾਮ ਹੈ ਵਿਜਯੰਤ ਐਟ ਕਾਰਗਿਲ ਦ ਲਾਈਫ ਆਫ ਅ ਕਾਰਗਿਲ ਹੀਰੋ। ਜਿਹੜੀ ਇਹ ਬੁੱਕ ਹੈ ਫਸਟ ਐਸੀ ਬਾਇਓਗ੍ਰਾਫੀ ਹੈ ਜਿਹੜੀ ਕਿ ਆਪਾਂ ਨੂੰ ਦੱਸਦੀ ਹੈ ਕਿ ਜਿਹੜੇ ਇੰਡੀਆ ਦੇ ਬ੍ਰੇਵੈਸਟ ਸੋਲਜਰਸ ਨੇ ਉਹਨਾਂ ਦੇ ਮਾਈਂਡ ਤੇ ਹਾਰਟ ਦੇ ਵਿੱਚ ਕੀ ਚੱਲ ਰਿਹਾ ਹੁੰਦਾ। ਓਕੇ, ਜਿਹੜੀ ਆਪਾਂ ਨੂੰ ਉਸ ਚੀਜ਼ ਬਾਰੇ ਦੱਸ ਰਹੀ ਹੈ। ਸੋ ਦ ਬੁੱਕ ਹੈਜ਼ ਬੀਨ ਪੈਨਡ ਬਾਈ ਵਿਜਯੰਤਸ ਫਾਦਰ कॉलनल VN थापर एंड राइटर नेहा द्विवेदी जो कि उन्होंने डॉटर है। कैप्टन विजयंत थापर वॉज ओनली 22 वैन ही वॉज मार्टियर्ड इन कारगिल वॉर 1999। सो थैंक यू सो मच फॉर वॉचिंग माई वीडियो। ਅੱਜ ਦੇ ਲੈਕਚਰ ਦੇ ਵਿੱਚ ਜਿਹੜੇ ਕਰੰਟ ਅਫੇਅਰਸ ਡਿਸਕਸ ਕੀਤੇ ਉਹਨਾਂ ਵਿੱਚੋਂ ਕਾਫੀ ਕਰੰਟ ਅਫੇਅਰ ਫੈਕਟ ਬੇਸ ਸੀ, ਬਟ ਐਸੇ ਵੀ ਕੁਐਸਚਨਸ ਕਈ ਵਾਰ ਪੇਪਰ ਦੇ ਵਿੱਚ ਆ ਜਾਂਦੇ ਨੇ। ਸੋ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।